ਸਤਿ ਸ਼੍ਰੀ ਅਕਾਲ ਜੀ। ਤੋ ਆਪਾਂ ਆਪਣੀ ਲੈਕਚਰ ਸੀਰੀਜ਼ ਦੇ ਵਿੱਚ ਅੱਗੇ ਚੱਲਦੇ ਹਾਂ ਐਂਡ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਪੰਜਾਬ ਜੀਕੇ ਦੀ ਇੱਕ ਲੈਕਚਰ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਸਪੈਸ਼ਲੀ ਟਾਰਗੇਟਿੰਗ ਜੋ ਵੀ ਪੰਜਾਬ ਗਵਰਨਮੈਂਟ ਦੇ ਐਗਜ਼ਾਮਸ ਆ ਰਹੇ ਹੈ, ਜਿਵੇਂ ਨੈਬ ਤਹਿਸੀਲਦਾਰ ਦਾ ਪੇਪਰ ਜਾਂ ਫਿਰ ਸਬ ਇੰਸਪੈਕਟਰ ਦਾ ਪੇਪਰ ਹੋ ਗਿਆ, ਕਿਉਂਕਿ ਇਹ ਟੌਪਿਕ ਜਿਹੜਾ ਹੈ ਹਰੇਕ ਐਗਜ਼ਾਮ ਦੇ ਵਿੱਚ ਉਨਾ ਹੀ ਇੰਪੋਰਟੈਂਟ ਹੈ। ਤੋ ਇਹ ਲੈਕਚਰ 2 ਹੈ ਤੁਹਾਡੇ ਸੀਰੀਜ਼ ਦਾ। ਤੋ ਆਪਾਂ ਸਟਾਰਟ ਕਰਦੇ ਹਾਂ ਲੈਕਚਰ 2। ਪਹਿਲਾਂ ਮੈਂ ਥੋੜਾ ਤੁਹਾਨੂੰ ਬਰੀਫ ਦੱਸਦਾ ਕਿ ਲੈਕਚਰ 1 ਦੇ ਵਿੱਚ ਆਪਾਂ ਕੀ ਡਿਸਕਸ ਕੀਤਾ ਸੀ। ਲੈਕਚਰ 1 ਦੇ ਵਿੱਚ ਆਪਾਂ ਸਿੱਖ ਗੁਰੂਜ਼ ਦੇ ਉੱਪਰ ਐਨਾਲਿਸਿਸ ਕੀਤਾ, ਸਿੱਖੀਜ਼ਮ ਦਾ ਪੂਰਾ ਜਿਹੜਾ ਸਿਸਟਮ ਹੈ ਉਹ ਪੂਰਾ ਦੇਖਿਆ ਆਪਾਂ ਕਿ ਸਿੱਖੀਜ਼ਮ ਕਿਵੇਂ ਇਵੋਲਵ ਹੋਇਆ। ਉਹਦੇ ਵਿੱਚ 10 ਗੁਰੂਜ਼ ਜਿਹੜੇ ਹੋਏ, ਲਿਵਿੰਗ ਗੁਰੂਜ਼ ਐਂਡ ਇਟਰਨਲ ਗੁਰੂ, ਗੁਰੂ ਗ੍ਰੰਥ ਸਾਹਿਬ, ਉਹਨਾਂ ਬਾਰੇ ਆਪਾਂ ਨੇ ਥੋੜੀ ਹਿਸਟਰੀ ਆਫ ਸਿੱਖੀਜ਼ਮ ਤੇ ਗਏ। ਫਿਰ ਗੁਰੂ ਨਾਨਕ ਦੇਵ ਜੀ ਬਾਰੇ ਆਪਾਂ ਨੇ ਥੋੜਾ ਜਿਹਾ ਪੜਿਆ, ਜੋ ਫਾਊਂਡਰ ਆਫ ਸਿੱਖ ਗੁਰੂ, ਪੂਰਾ ਫਾਊਂਡਰ ਆਫ ਸਿੱਖ ਰਿਲੀਜਨ ਆਪਾਂ ਕਹਿ ਦਿੰਦੇ ਹਾਂ, ਐਂਡ ਇਹਨਾਂ ਦੀ ਕੀ ਕੰਟਰੀਬਿਊਸ਼ਨ ਰਹੀ। ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੀ ਕੀ ਕੰਟਰੀਬਿਊਸ਼ਨ ਰਹੀ, ਐਂਡ ਫਾਈਨਲੀ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਉਸ ਤੋਂ ਬਾਅਦ ਦੇਖਿਆ ਕਿ ਬਈ ਜਿਹੜੇ ਬਾਕੀ 10 ਗੁਰੂਜ਼ ਹੈਗੇ, ਜਿਵੇਂ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਇਹਨਾਂ ਸਾਰੇ ਗੁਰੂਜ਼ ਬਾਰੇ ਆਪਾਂ ਨੇ ਪਿਛਲੇ ਲੈਕਚਰ ਦੇ ਵਿੱਚ ਅੰਡਰਸਟੈਂਡ ਕੀਤਾ। ਤੋ ਥਰਡ ਗੁਰੂ, ਗੁਰੂ ਅਮਰਦਾਸ ਜੀ ਦੀ ਕੀ ਕੰਟਰੀਬਿਊਸ਼ਨ ਰਹੀ ਹੈ ਨਾ, ਗੋਇੰਦਵਾਲ ਸਾਹਿਬ ਜਿਹੜਾ ਹੈਗਾ ਉਹ ਕ੍ਰੀਏਟ ਕੀਤਾ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਕ੍ਰੀਏਟ ਕੀਤਾ। ਆਨੰਦ ਕਾਰਜ ਦੀ ਜਿਹੜੀ ਸੈਰੇਮਨੀ ਆ ਉਹ ਇਹਨਾਂ ਦੇ ਕਰਕੇ ਜਿਹੜੀ ਹੈ ਕ੍ਰੀਏਟ ਹੋਈ। ਐਂਡ ਫਿਰ ਗੁਰੂ ਅਰਜਨ ਦੇਵ ਜੀ ਆ ਜਾਂਦੇ ਆ। ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਸੀ। ਇਹਨਾਂ ਨੇ ਜਹਾਂਗੀਰ ਦੀ ਜਿਹੜੀ ਉਹ ਪੋਲਿਟਿਕਸ ਸੀ ਉਹਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਹੈ ਬਲੀਦਾਨ ਦਿੱਤਾ। ਤੋ ਆਪਾਂ ਨੇ ਉਹ ਸਾਰੀ ਸਟੋਰੀ ਵੀ ਸੁਣੀ ਲਾਸਟ ਕਲਾਸ ਦੇ ਵਿੱਚ। ਨਾਲ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਕੰਪਾਈਲ ਕੀਤਾ। ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਜੋ ਮੀਰੀ ਤੇ ਪੀਰੀ ਦਾ ਜਿਹੜਾ ਆਈਡੀਆ ਹੈ ਉਹ ਲੈ ਕੇ ਆਉਂਦੇ ਆ। ਸਿਕਸਥ ਗੁਰੂ ਜਿਹੜੇ ਹੈਗੇ ਮੀਰੀ ਤੇ ਪੀਰੀ ਦਾ ਆਈਡੀਆ ਲੈ ਕੇ ਆਉਂਦੇ ਆ। ਇਸ ਤੋਂ ਬਾਅਦ ਆਪਾਂ ਨੇ ਗੁਰੂ ਹਰ ਰਾਏ ਜੀ ਬਾਰੇ ਦੇਖਿਆ। ਗੁਰੂ ਹਰ ਰਾਏ ਜੀ ਜੋ ਹੈ ਉਹ ਜਸਟ 14 ਇਅਰਸ ਦੇ ਸੀ ਜਦੋਂ ਇਹਨਾਂ ਨੂੰ ਗੁਰਗੱਦੀ ਮਿਲੀ। ਐਂਡ ਇਵੈਂਚੁਅਲੀ ਇਹਨਾਂ ਨੇ ਕੀਰਤਪੁਰ ਸਾਹਿਬ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ, ਐਂਡ ਰੂਪਨਗਰ ਦੇ ਵਿੱਚ ਇਹਨਾਂ ਦੀ ਜੋਤੀ ਜੋਤ ਸਮਾ ਜਾਂਦੇ ਹੈ। ਫਿਰ ਆਪਾਂ ਗੁਰੂ ਹਰਕ੍ਰਿਸ਼ਨ ਜੀ ਜੋ ਚਾਈਲਡ ਗੁਰੂ ਸੀ, ਬਹੁਤ 5 ਸਾਲ ਦੀ ਉਮਰ 'ਚ ਇਹਨਾਂ ਨੇ ਗੁਰਗੱਦੀ ਸੰਭਾਲੀ ਤੇ 8 ਸਾਲ ਦੇ ਵਿੱਚ ਇਹ ਜੋਤੀ ਜੋਤ ਸਮਾ ਗਏ। ਐਂਡ ਇਹ ਉੱਥੇ ਕੋਈ ਸਮਾਲ ਪੌਕਸ ਫੈਲਿਆ ਹੋਇਆ ਸੀਗਾ ਜਿਹਨੂੰ ਇਹ ਟ੍ਰੀਟ ਕਰ ਰਹੇ ਸੀਗੇ। ਫਿਰ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਆਪਾਂ ਨੇ ਦੇਖਿਆ ਕਿ ਗੁਰੂ ਤੇਗ ਬਹਾਦਰ ਜੀ ਜੋ ਹੈ ਉਹ 9th ਗੁਰੂ ਸੀਗੇ ਸਿੱਖ ਗੁਰੂ। ਐਂਡ ਇਹਨਾਂ ਨੂੰ ਹਿੰਦ ਕੀ ਚਾਦਰ ਕਿਹਾ ਜਾਂਦਾ। ਇਹਨਾਂ ਨੇ ਕਸ਼ਮੀਰੀ ਪੰਡਤਸ ਲਈ ਆਪਣਾ ਬਲੀਦਾਨ ਦਿੱਤਾ। ਐਂਡ ਫਿਰ ਫਾਈਨਲੀ ਜਾ ਕੇ ਆਪਣੇ 10th ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਜੀ ਹੈ ਜਿਨ੍ਹਾਂ ਨੇ ਖਾਲਸਾ ਸਥਾਪਨਾ ਕੀਤੀ 1699 ਦੇ ਵਿੱਚ। ਐਂਡ ਇਵੈਂਚੁਅਲੀ ਮੁਗਲਾਂ ਨਾਲ ਇਹਨਾਂ ਨੇ ਕਾਫੀ ਬੈਟਲਸ ਲੜੀਆਂ। ਬੈਟਲ ਆਫ ਅਨੰਦਪੁਰ ਸਾਹਿਬ, ਦੋ ਬੈਟਲ ਆਫ ਅਨੰਦਪੁਰ ਸਾਹਿਬ ਹੋਈ, ਬੈਟਲ ਆਫ ਮੁਕਤਸਰ ਹੋਈ। ਇੱਦਾਂ ਦੀਆਂ ਕਾਫੀ ਇੰਪੋਰਟੈਂਟ ਬੈਟਲਸ ਇਹਨਾਂ ਨੇ ਲੜੀਆਂ। ਐਂਡ ਅਲਟੀਮੇਟਲੀ ਇਹਨਾਂ ਦਾ ਜਿਹੜਾ ਆਈਡੀਆ ਸੀਗਾ ਉਹ ਸਾਰਾ ਦੇਖਿਆ। ਐਂਡ ਫਿਰ ਫਾਈਨਲੀ ਆਪਾਂ ਨੇ 11th ਗੁਰੂ ਜੋ ਕਿ ਇਟਰਨਲ ਗੁਰੂ ਹੈ, ਐਂਡ ਇਹ ਗੁਰੂ ਗ੍ਰੰਥ ਸਾਹਿਬ ਜੀ, ਐਂਡ ਇਹਦੇ ਬਾਰੇ ਆਪਾਂ ਨੇ ਥੋੜਾ ਦੇਖਿਆ। ਫਿਰ ਆਪਾਂ ਨੇ ਸਿੱਖ ਇੰਸਟੀਟਿਊਸ਼ਨਸ ਬਾਰੇ ਦੇਖਿਆ। ਜਿਵੇਂ ਤੁਹਾਨੂੰ ਪਤਾ ਹੈ ਕਿ ਪੋਲੀਟੀਕਲ ਇੰਸਟੀਟਿਊਸ਼ਨਸ ਦੇ ਵਿੱਚ ਪੰਜ ਤਖਤ ਆ ਜਾਂਦੇ ਆ, ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਆਪਣੇ ਕੋਲੇ ਅਕਾਲ ਤਖਤ ਆ ਜਾਂਦਾ ਹੈ, ਜੋ ਗੁਰੂ ਹਰਮੰਦਰ ਸਾਹਿਬ ਜਿਹੜਾ ਹੈ ਹਰਮੰਦਰ ਸਾਹਿਬ ਗੁਰਦੁਆਰਾ ਗੋਲਡਨ ਟੈਂਪਲ ਉਹਦੇ ਵਿੱਚ ਆਪਾਂ ਨੂੰ ਮਿਲਦਾ ਹੈ। ਅਕਾਲ ਤਖਤ ਸਾਹਿਬ ਜਿਹੜੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਕ੍ਰੀਏਟ ਕੀਤਾ ਸੀ। ਇਸ ਤੋਂ ਬਾਅਦ ਜਿਹੜੇ ਬਾਕੀ 4 ਤਖਤ ਸਾਹਿਬ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਜੋ 10th ਗੁਰੂ ਸੀ ਉਹਨਾਂ ਨੇ ਕ੍ਰੀਏਟ ਕਰਵਾਏ, ਜਿਹਦੇ ਵਿੱਚ ਆਪਣੇ ਕੋਲ ਕੇਸ਼ਗੜ੍ਹ ਸਾਹਿਬ ਆਇਆ। ਇਹਦੀ ਹਿਸਟਰੀ ਇਹ ਹੈ ਕਿ ਕੇਸ਼ਗੜ੍ਹ ਸਾਹਿਬ ਦੇ ਵਿੱਚ ਜਿਹੜਾ ਪੂਰਾ ਖਾਲਸਾ ਦੀ ਸਥਾਪਨਾ ਕੀਤੀ ਗਈ ਸੀ ਉਹ ਕੇਸ਼ਗੜ੍ਹ ਸਾਹਿਬ ਦੇ ਵਿੱਚ ਕੀਤੀ ਗਈ, ਜੋ ਅਨੰਦਪੁਰ ਸਾਹਿਬ ਦੇ ਵਿੱਚ ਲੋਕੇਟਡ ਹੈ। ਫਿਰ ਦਮਦਮਾ ਸਾਹਿਬ ਜੋ ਤਲਵੰਡੀ ਸਾਬੋ ਹੈ, ਗੁਰੂ ਕੀ ਨਗਰੀ ਤਲਵੰਡੀ ਸਾਬੋ, ਜਿਹਦੇ ਵਿੱਚ ਇਹਨਾਂ ਨੇ ਸਾਰੀ ਲਿਟਰੇਰੀ ਐਕਟੀਵਿਟੀਜ਼ ਜਿਹੜੀਆਂ ਕੀਤੀਆਂ ਉਹਦੇ ਬਾਰੇ ਚਰਚਾ ਕੀਤੀ ਜਾਂਦੀ ਹੈ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ। ਇਵੈਂਚੁਅਲੀ ਇੱਥੇ ਇੰਨੀਆਂ ਬੈਟਲਸ ਲੜਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਹੈ ਦਮ ਲਿੱਤਾ ਸੀਗਾ, ਐਂਡ ਅਲਟੀਮੇਟਲੀ ਆਪਣਾ ਬਚਿੱਤਰ ਨਾਟਕ ਐਂਡ ਈਵਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਕੰਪਲੀਸ਼ਨ ਹੈ ਉਹ ਵੀ ਇੱਥੇ ਹੀ ਕੀਤੀ ਗਈ। ਤੋ ਇਹਨੂੰ ਵਾਰਾਣਸੀ, ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਸਿੱਖ ਇੰਸਟੀਟਿਊਸ਼ਨਸ ਲਈ ਐਜੂਕੇਸ਼ਨ ਸੈਂਟਰ ਹੈ, ਉਸ ਟਾਈਪ ਦਾ ਕੁਝ ਆਪਾਂ ਡੈਜ਼ਿਗਨੇਟ ਕਰਦੇ ਹਾਂ। ਹਜ਼ੂਰ ਸਾਹਿਬ ਜੋ ਨਾਂਦੇੜ ਦੇ ਵਿੱਚ ਲੋਕੇਟਡ ਹੈ ਮਹਾਰਾਸ਼ਟਰ ਦੇ ਵਿੱਚ। ਇੱਥੇ ਤੁਹਾਨੂੰ ਪਤਾ ਹੈ ਕਿ ਆਖਰੀ ਸਾਹ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਲਿੱਤੇ, ਕਿਉਂਕਿ ਇੱਥੇ ਵਜ਼ੀਰ ਖਾਨ ਵੱਲੋਂ ਭੇਜੇ ਹੋਏ ਪਠਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਸੈਸੀਨੇਸ਼ਨ ਕੀਤੀ, ਮਾਰਟੀਰਡਮ ਅਚੀਵ ਕੀਤਾ ਇਹਨਾਂ ਨੇ, ਐਂਡ ਇਸ ਕਰਕੇ ਇੱਥੇ ਤਖਤ ਹਜ਼ੂਰ ਸਾਹਿਬ ਹੈ। ਐਂਡ ਫਿਰ ਆਪਾਂ ਇਹ ਵੀ ਦੇਖਿਆ ਕਿ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਇਹ 2 ਗੁਰਦੁਆਰੇ ਜਿਹੇ ਹੈ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕ੍ਰੀਏਟ ਕੀਤਾ। ਸ਼੍ਰੀ ਪਟਨਾ ਸਾਹਿਬ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ 10th ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਜੀ
ਦਾ ਇੱਥੇ ਜਨਮ ਹੁੰਦਾ ਹੈ ਐਂਡ ਇਵੈਂਚੁਅਲੀ ਉਹਨਾਂ ਦੀ ਸਾਰੀ ਅਪਬ੍ਰਿੰਗਿੰਗ ਹੈ ਨਾ, ਜਿਹੜੇ ਉਹਨਾਂ ਦੇ ਇਨੀਸ਼ੀਅਲ ਈਅਰਸ ਆਫ ਹਿਸ ਚਾਈਲਡਹੁੱਡ ਹੈ, ਉਹ ਸਾਰੇ ਇਸ ਪਰਟੀਕੂਲਰ ਗੁਰਦੁਆਰੇ ਦੇ ਇਸ ਪਰਟੀਕੂਲਰ ਏਰੀਆ ਦੇ ਵਿੱਚ ਹੁੰਦੇ ਹੈ। ਤੋ ਇੱਥੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਹੀ ਗੁਰੂਦੁਆਰਾ ਜਿਹੜਾ ਐਸਟੈਬਲਿਸ਼ ਕੀਤਾ ਐਂਡ ਇਹ ਆਪਣਾ ਚੌਥਾ ਤਖਤ ਹੈਗਾ। ਤੋ ਇਹ ਆਪਾਂ ਨੇ ਜਿਹੜਾ ਹੈ ਹੁਣ ਤੱਕ ਜੋ ਲਾਸਟ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀ, ਤੋ ਇੱਥੋਂ ਤੱਕ ਦੇਖਿਆ। ਹੁਣ ਆਪਾਂ ਥੋੜਾ ਜਿਹਾ ਗੁਰਦੁਆਰਾਸ ਬਾਰੇ ਦੇਖਦੇ ਹਾਂ। ਤੋ ਗੁਰਦੁਆਰਾਸ ਬੇਸਿਕਲੀ ਦਾ ਮਤਲਬ ਹੁੰਦਾ ਹੈ ਕਿ ਸਟੈਂਡ ਫॉर द ਡੋਰ ਟੂ ਦ ਮਾਸਟਰ। ਸੋ ਬੇਸਿਕਲੀ ਦੀ ਆਈਡੀਆ ਇਜ਼ ਕਿ ਬਈ ਤੁਸੀਂ ਹੈ ਨਾ, ਗੁਰਦੁਆਰਾ ਸਟੈਂਡਸ ਗੁਰੂਦੁਆਰਾ ਹੈ ਨਾ, ਸੋ ਗੁਰੂ ਮਤਲਬ ਮਾਸਟਰ ਐਂਡ ਦੁਆਰ ਮਤਲਬ ਡੋਰ, ਤੋ ਡੋਰਵੇ ਟੂ ਦ ਮਾਸਟਰ ਹੈ। ਐਂਡ ਅਲਟੀਮੇਟਲੀ ਇੱਥੇ ਤੁਹਾਨੂੰ ਉਹ ਸਾਰੀਆਂ ਜੋ ਐਕਟੀਵਿਟੀਜ਼ ਦੇਖਣ ਨੂੰ ਮਿਲਣਗੀਆਂ ਜੋ ਸਿੱਖ ਰਿਲੀਜਨ ਨਾਲ ਬੜੀਆਂ ਇੰਪੋਰਟੈਂਟ ਐਸੋਸੀਏਟਡ ਐਕਟੀਵਿਟੀਜ਼ ਹੁੰਦੀਆਂ, ਚਾਹੇ ਉਹ ਪਾਠ ਹੋ ਗਿਆ, ਚਾਹੇ ਉਹ ਲੰਗਰ ਦੀ ਸੇਵਾ ਹੋ ਗਈ, ਪੰਗਤ ਹੋ ਗਿਆ, ਤੋ ਉਹ ਸਾਰੀ ਚੀਜ਼ਾਂ ਹੋਣਗੀਆਂ। ਇਨ ਇੰਡੀਆ ਦੇ ਵਿੱਚ ਬਹੁਤ ਗੁਰਦੁਆਰਾਸ ਹੈਗੇ ਆ, ਇਹਦਾ ਸਭ ਨੂੰ ਪਤਾ ਹੀ ਹੈ, ਲੇਕਿਨ ਸਿਰਫ 5 ਤਖਤ ਹੈਗੇ ਆ। ਸੋ ਵੀ ਹੈਵ 5 ਤਖਤ ਐਂਡ ਬਹੁਤ ਲੋਕ ਲੈਕ ਆਫ ਪੀਪਲ ਹਰ ਰੋਜ਼ ਗੁਰਦੁਆਰਾ ਵਿਜ਼ਿਟ ਕਰਦੇ ਆ ਗੁਰੂਜ਼ ਨੂੰ ਕਮੈਮੋਰੇਟ ਕਰਨ ਵਾਸਤੇ, ਉਹਨਾਂ ਦੀ ਹਿਸਟਰੀ ਨੂੰ ਜੋ ਹੈ ਇੰਪੋਰਟੈਂਸ ਦੇਣ ਵਾਸਤੇ। ਐਂਡ ਗੁਰਦੁਆਰਾ ਵੈਰੀ ਵੈਰੀ ਇੰਪੋਰਟੈਂਟ ਜੋ ਹੈ ਸਿਗਨੀਫਿਕੈਂਸ ਹੋਲਡ ਕਰਦਾ ਹੈ ਸਿੱਖਸ ਲਈ ਫਰੋਮ ਪਿਲਗ੍ਰਿਮੇਜ ਪੁਆਇੰਟ ਆਫ ਵਿਊ। ਐਂਡ ਦੋ ਪੋਪੂਲਰ ਗੁਰਦੁਆਰਾਸ ਇਨ ਇੰਡੀਆ ਜਿਹੜੇ, ਇੱਕ ਤਾਂ ਗੋਲਡਨ ਟੈਂਪਲ ਅੰਮ੍ਰਿਤਸਰ ਪੰਜਾਬ ਦੇ ਵਿੱਚ ਹੈ ਐਂਡ ਇਹਨੂੰ ਗੋਲਡਨ ਟੈਂਪਲ ਇਸ ਕਰਕੇ ਕਿਹਾ ਗਿਆ ਹੈ ਬਿਕੋਜ਼ ਇਹਨਾਂ ਦਾ ਜਿਹੜਾ ਡੋਮ ਹੈ ਉਹ ਪੂਰਾ ਦਾ ਪੂਰਾ ਨਾ ਗੋਲਡ ਨਾਲ ਐਡੋਨਡ ਹੈ, ਗੋਲਡ ਲੱਗਿਆ ਉਸ 'ਚ। ਤੇ ਮੈਨੂੰ ਦੱਸੋ ਕਮੈਂਟ ਬਾਕਸ ਦੇ ਵਿੱਚ ਕਿ ਗੋਲਡ ਕਿਹਨਾਂ ਨੇ ਲਗਾਇਆ ਹੈ ਮਹਾਰਾਜ, ਹੈ ਨਾ, ਤੋ ਮੈਨੂੰ ਪੱਕਾ ਪਤਾ ਹੈ ਕਿ ਸਭ ਨੂੰ ਪਤਾ ਹੋਊਗਾ ਇਹਦਾ ਆਂਸਰ। ਐਂਡ ਇਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਸੇਕਰੇਟ ਕੰਸੀਡਰ ਕੀਤਾ ਜਾਂਦਾ ਹੈ। ਐਂਡ ਗੁਰੂ ਰਾਮਦਾਸ ਜੀ ਜੋ 4th ਸਿੱਖ ਗੁਰੂ ਸੀ, ਉਹਨਾਂ ਨੇ 1577 ਦੇ ਵਿੱਚ ਇਸ ਗੁਰਦੁਆਰਾ ਦੀ ਐਸਟੈਬਲਿਸ਼ਮੈਂਟ ਕੀਤੀ ਸੀਗੀ ਐਂਡ ਹੀ got the land from ਅਕਬਰ, ਉਸ ਟਾਈਮ ਤੇ ਐਮਪਰਰ ਸੀ ਅਕਬਰ। ਐਂਡ ਮੀਆਂ ਮੀਰ ਜਿਹੜੇ ਹੈਗੇ ਆ ਉਹਨਾਂ ਨੇ ਹੈ ਨਾ ਇਸ ਪੂਰੇ ਗੁਰਦੁਆਰਾ ਦੀ ਆਰਕੀਟੈਕਟ ਦੀ ਜ਼ਿੰਮੇਵਾਰੀ ਰੱਖੀ ਸੀ। ਐਂਡ ਫਾਈਨਲੀ ਇਸ ਗੁਰਦੁਆਰੇ ਨੂੰ ਕੰਪਲੀਟ ਜੋ 5th ਗੁਰੂ ਅਰਜਨ ਦੇਵ ਜੀ ਕਰਦੇ ਆ। ਐਂਡ ਵੈਨ ਮਹਾਰਾਜਾ ਰਣਜੀਤ ਸਿੰਘ ਜਦੋਂ ਸੀਗੇ ਉਦੋਂ ਇਹਨਾਂ ਨੇ ਫਿਰ ਇਸ ਗੁਰਦੁਆਰੇ ਦੇ ਵਿੱਚ ਜਿਹੜਾ ਗੋਲਡ ਲੱਗਿਆ ਹੋਇਆ ਉਹ ਸਾਰਾ ਗੋਲਡ ਜਿਹੜਾ ਡੋਨੇਟ ਕੀਤਾ ਸੀ। ਸੋ ਇਹ ਥੋੜਾ ਗੁਰਦੁਆਰਾ ਜਿਹੜਾ ਆਪਣਾ ਗੋਲਡਨ ਟੈਂਪਲ ਉਹਦੇ ਬਾਰੇ ਥੋੜੀ ਜਿਹੀ ਇਨਫੋਰਮੇਸ਼ਨ ਹੈ। ਸੈਕਿੰਡ ਗੁਰਦੁਆਰਾ ਜਿਹੜਾ ਬਹੁਤ ਇੰਪੋਰਟੈਂਟ ਐਂਡ ਬੜਾ ਜਿਹੜਾ ਹੈ, ਜਿਹਨੂੰ ਕਹਿ ਲਓ ਕਿ ਕਾਫੀ ਫੇਮਸ ਗੁਰਦੁਆਰਾ ਹੈ, ਉਹ ਦਿੱਲੀ ਦੇ ਵਿੱਚ ਬੰਗਲਾ ਸਾਹਿਬ ਗੁਰਦੁਆਰਾ ਹੈ। ਐਂਡ ਇਟ ਇਜ਼ ਵਨ ਆਫ ਦ ਮੋਸਟ ਇੰਪ੍ਰੈਸਿਵ ਐਂਡ ਫੈਸੀਨੇਟਿੰਗ ਜੋ ਹੈ ਐਡੀਫਿਸਿਸ ਹੈ ਨਾ, ਜੋ ਕਿ ਹਿਸਟਰੀ ਆਫ ਸਿੱਖੀਜ਼ਮ ਨਾਲ ਲੋਕੇਟਡ ਹੈ। ਹੋਰ ਵੀ ਗੁਰਦੁਆਰਾਸ ਹੈ ਜੋ ਕਿ ਬਹੁਤ ਇੰਪੋਰਟੈਂਟ ਹੈ, ਜਿਵੇਂ ਪੌਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਵਿੱਚ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਨਾਲ ਬੜਾ ਐਸੋਸੀਏਟਡ ਹੈ। ਰਕਾਬਗੰਜ ਸਾਹਿਬ ਇਹ ਦਿੱਲੀ ਦੇ ਵਿੱਚ, ਗੁਰੂ ਜਿਹੜੇ ਤੇਗ ਬਹਾਦਰ ਜੀ ਸੀ ਉਹਨਾਂ ਦਾ ਜਿਹੜਾ ਸ਼ੀਸ਼ ਸੀਗਾ ਉਹ ਬੇਸਿਕਲੀ ਜਦੋਂ 9th ਸਿੱਖ ਗੁਰੂ ਸੀਗੇ ਗੁਰੂ ਤੇਗ ਬਹਾਦਰ ਜੀ, ਉਹਨਾਂ ਨੂੰ ਜਦੋਂ ਮਾਰਟੀਰਡਮ ਹੋਇਆ, ਉਹਨਾਂ ਨੂੰ ਬੀਹੈਡ ਕੀਤਾ ਗਿਆ ਬਾਈ ਦ ਫੋਰਸਿਸ ਆਫ ਮੁਗਲ ਐਮਪਰਰ ਔਰੰਗਜ਼ੇਬ। ਤੋਂ ਉਦੋਂ ਮਤਲਬ ਉਹਨਾਂ ਦਾ ਜਿਹੜਾ ਸ਼ੀਸ਼ ਸੀਗਾ ਉਹ ਇੱਥੇ ਰਕਾਬਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਗਿਆ। ਤੋਂ ਇਹ ਬੜਾ ਇੰਪੋਰਟੈਂਟ ਹੈ। ਫਿਰ ਗੁਰਦੁਆਰਾ ਸੀਸਗੰਜ ਸਾਹਿਬ, ਇਹ ਦੋਨੋਂ ਗੁਰਦੁਆਰਾ ਸੀਸਗੰਜ ਐਂਡ ਰਕਾਬਗੰਜ ਇਜ਼ ਐਸੋਸੀਏਟਡ ਵਿਦ ਦ ਲਾਈਫ ਆਫ 9th ਸਿੱਖ ਗੁਰੂ ਤੇਗ ਬਹਾਦਰ ਜੀ। ਇਸ ਤੋਂ ਬਾਅਦ ਹੇਮਕੁੰਟ ਸਾਹਿਬ ਉੱਤਰਾਖੰਡ ਦੇ ਵਿੱਚ ਹੈਗਾ। ਤੋ ਇਹ ਕੁਝ ਇੰਪੋਰਟੈਂਟ ਗੁਰਦੁਆਰਾਸ ਜਿਹੜੇ ਸਿੱਖ ਨਾਲ ਰਿਲੇਟਡ ਹੈ, ਬਹੁਤ ਹੀ ਇੰਟ੍ਰੀਕੇਟਲੀ ਦੇ ਆਰ ਲਿੰਕਡ ਵਿਦ ਦ ਹਿਸਟਰੀ ਆਫ ਸਿੱਖੀਜ਼ਮ। ਇਹ ਤੁਹਾਡੇ ਐਗਜ਼ਾਮਸ ਲਈ ਇੰਪੋਰਟੈਂਟ ਹੋ ਜਾਂਦਾ, ਕਈ ਵਾਰੀ ਪੁੱਛ ਲੈਂਦੇ ਆ ਕਿ ਵੀ ਇਹ ਗੁਰਦੁਆਰਾ ਕਿੱਥੇ ਲੋਕੇਟਡ ਹੈ, ਉਹ ਸਾਰੀ ਚੀਜ਼ਾਂ। ਫਿਰ ਜਦੋਂ ਗੁਰੂ ਪੀਰੀਅਡ ਖਤਮ ਹੁੰਦਾ ਹੈ ਤਾਂ ਨੈਕਸਟ ਜਿਹੜਾ ਟਾਈਮ ਹੈਗਾ ਸਿੱਖ ਰਿਲੀਜਨ ਦੀ ਹਿਸਟਰੀ ਦੇ ਵਿੱਚ, ਸਿੱਖ ਦੇ ਇਤਿਹਾਸ ਦੇ ਵਿੱਚ, ਉਹ ਟਾਈਮ ਹੈਗਾ ਬੰਦਾ ਸਿੰਘ ਬਹਾਦਰ ਦਾ। ਤਾਂ ਬੰਦਾ ਸਿੰਘ ਬਹਾਦਰ ਅਗਰ ਆਪਾਂ ਕਹੀਏ ਤਾਂ ਉਹਨਾਂ ਨੇ ਸਿੱਖ ਸਟੇਟ ਕ੍ਰੀਏਟ ਕਰਨ ਵਿੱਚ, ਸਭ ਤੋਂ ਪਹਿਲੀ ਸਿੱਖ ਸਟੇਟ ਕ੍ਰੀਏਟ ਕਰਨ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ। ਹੀ ਵਾਸ ਦ ਪਾਇਨੀਅਰ ਆਫ ਸਿੱਖ ਸਟੇਟ ਰਿਲੀਜਨ ਇਨ ਇੰਡੀਆ ਐਂਡ ਡੈਫੀਨੇਟਲੀ ਉਹਨਾਂ ਨੇ ਆਪਣਾ ਖੁਦ ਦਾ ਕੋਇਨਸ ਵੀ ਇਸ਼ੂ ਕਰਵਾਏ, ਹੈ ਨਾ, ਨਾਨਕ ਸ਼ਾਹੀ ਕੋਇਨਸ ਕਹਿੰਦੇ ਆ। ਐਂਡ ਆਪਣਾ ਇੱਕ ਸਿੱਖਾਂ ਦਾ ਫਲੈਗ ਵੀ ਜਿਹੜਾ ਹੈਗਾ ਉਹ ਵੀ ਡਿਫਾਈਨ ਕੀਤਾ। ਐਂਡ ਇਵੈਂਚੁਅਲੀ ਉਹਨਾਂ ਨੇ ਜਿਹੜੇ ਮੁਗਲ ਐਮਪਰਰਸ ਹੈਗੇ ਹੈ, ਸਪੈਸ਼ਲੀ ਜਿਹੜੇ ਮੁਗਲ ਗਵਰਨਰਸ ਹੈ ਜੋ ਪੰਜਾਬ ਵਾਲੇ ਏਰੀਆ ਦੇ ਵਿੱਚ ਲੋਕੇਟਡ ਸੀ, ਉਹਨਾਂ ਨਾਲ ਵੀ ਲੋਹਾ ਲਿੱਤਾ, ਮਤਲਬ ਉਹਨਾਂ ਨਾਲ ਵੀ ਜੰਗਾਂ ਲੜੀਆਂ, ਲੜਾਈਆਂ ਲੜੀਆਂ। ਐਂਡ ਇਵੈਂਚੁਅਲੀ ਬੰਦਾ ਸਿੰਘ ਬਹਾਦਰ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਆਈਡੀਆ, ਇੱਕ ਡ੍ਰੀਮ, ਇੱਕ ਵਿਜ਼ਨ ਸੀਗਾ, ਉਸ ਚੀਜ਼, ਉਸ ਡ੍ਰੀਮ, ਉਸ ਵਿਜ਼ਨ ਨੂੰ ਬਹੁਤ ਹੀ ਖੂਬਹੂ ਜਿਹੜਾ ਹੈ ਉਹ ਨਿਭਾਇਆ। ਤੋ ਮਾਧੋ ਦਾਸ ਜੀ ਜਿਹੜੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਆ। ਮਾਧੋ ਦਾਸ ਬੇਸਿਕਲੀ ਇਹਨਾਂ ਦਾ ਓਰੀਜਨਲ ਨਾਮ ਹੁੰਦਾ ਹੈ ਐਂਡ ਜੋ ਗੁਰੂ
ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦਾ ਨਾਮ ਰੱਖਦੇ ਆ, ਉਹ ਬੰਦਾ ਨਾਮ ਰੱਖਦੇ ਆ ਬੰਦਾ ਸਿੰਘ ਬਹਾਦਰ, ਐਂਡ ਇਵੈਂਚੁਅਲੀ ਇਹਨਾਂ ਨੂੰ ਜਾਣਿਆ ਜਾਂਦਾ ਹੈ। ਤੋਂ ਮਾਧੋ ਦਾਸ ਜਿਹੜੇ ਸੀਗੇ ਉਹ ਨਾਂਦੇੜ ਦੇ ਵਿੱਚ ਹੀ ਰਹਿ ਰਹੇ ਸੀ 17 ਸਾਲ ਲਈ। ਜਿਵੇਂ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਨਾਂਦੇੜ ਚਲੇ ਗਏ ਸੀਗੇ, ਆਪਣੇ ਲਾਸਟ ਈਅਰਸ ਉਹਨਾਂ ਨੇ ਨਾਂਦੇੜ ਜੋ ਮਹਾਰਾਸ਼ਟਰ 'ਚ ਲੋਕੇਟਡ ਹੈ ਉੱਥੇ ਉਹਨਾਂ ਨੇ ਆਪਣੇ ਸਪੈਂਡ ਕੀਤੇ, ਐਂਡ ਉੱਥੇ ਹੀ ਇਹ ਜਿਹੜੇ ਮਾਧੋ ਦਾਸ ਜੀ ਸੀਗੇ ਇਹ ਬਹੁਤ ਜ਼ਿਆਦਾ ਫੇਮਸ ਐਂਡ ਇਨਫਲੂਐਂਸ਼ੀਅਲ ਹੋ ਗਏ ਸੀ। ਇਹਨਾਂ ਦਾ ਕੋਈ ਉੱਥੇ ਡੇਰਾ ਸੀਗਾ, ਜਿਸ ਡੇਰੇ ਦੇ ਵਿੱਚ ਇਹਨਾਂ ਦੇ ਕੁਝ ਫੋਲੋਅਰ ਸੀਗੇ ਜੋ ਇਹਨਾਂ ਨੂੰ ਕਾਫੀ ਜ਼ਿਆਦਾ ਰਿਸਪੈਕਟ ਕਰਦੇ ਸੀਗੇ, ਇਹਨਾਂ ਦੀ ਗੱਲਾਂ ਮੰਨਦੇ ਸੀਗੇ। ਤਾਂ ਉਹ ਸਾਰੀ ਚੀਜ਼ਾਂ ਹੋਈਆਂ 1708 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਦੇ ਆਸ਼ਰਮ ਨੂੰ ਵਿਜ਼ਿਟ ਕੀਤਾ ਨਾਂਦੇੜ ਦੇ ਵਿੱਚ, ਉੱਥੇ ਇਹ ਮੀਟਿੰਗ ਹੁੰਦੀ ਹੈ। ਐਂਡ ਉਸ ਮੀਟਿੰਗ ਤੋਂ ਬਾਅਦ ਜਿਹੜੇ ਮਾਧੋ ਦਾਸ ਜੀ ਆ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਇਨਫਲੂਐਂਸ 'ਚ ਇਸ ਤਰੀਕੇ ਨਾਲ ਆਉਂਦੇ ਆ। ਗੁਰੂ ਗੋਬਿੰਦ ਸਿੰਘ ਜੀ ਦੇ ਇਨਫਲੂਐਂਸ 'ਚ ਇਸ ਤਰੀਕੇ ਗੁਰੂ ਗੋਬਿੰਦ ਸਿੰਘ ਜੀ ਟੀਚਿੰਗਸ ਤੋਂ ਇੰਨੇ ਕਿ ਇੰਸਪਾਇਰ ਹੁੰਦੇ ਆ ਕਿ ਇਵੈਂਚੁਅਲੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਇਨਫਲੂਐਂਸ 'ਚ ਆ ਕੇ ਬੈਪਟਾਈਜ਼ਡ ਸਿੱਖ ਜਿਹੜੇ ਹੈ ਉਹ ਕਨਵਰਟ ਹੋ ਜਾਂਦੇ ਆ, ਬਣ ਜਾਂਦੇ ਆ। ਐਂਡ ਇਵੈਂਚੁਅਲੀ ਸਰਪ੍ਰਾਈਜ਼ਿੰਗਲੀ 38 ਇਅਰਸ ਦੇ ਵਿੱਚ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਸਿੱਖ ਆਰਮੀ ਦੀ ਜਿਹੜੀ ਕਮਾਂਡ ਹੈ ਉਹ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਕਿ ਹੁਣ ਤੁਸੀਂ ਹੀ ਇਸ ਪੂਰੀ ਆਰਮੀ ਨੂੰ ਕਮਾਂਡ ਕਰਨਾ ਹੈ, ਐਂਡ ਵਾਪਸ ਆਪਣੀ ਜਿਹੜੀ ਆਈਡੈਂਟੀਟੀ ਹੈ ਜੋ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਸੀਗੀ, ਗਿਵਨ ਦ ਫੈਕਟ ਕਿ ਮੁਸਲਮਾਨ ਜਿਹੜੇ ਉਸ ਟਾਈਮ ਤੇ ਸੀ, ਮੁਗਲ ਸਲਤਨਤ ਦੇ ਲੋਕ ਸੀਗੇ, ਉਹ ਕਿੰਨਾ ਕੁ ਜ਼ਿਆਦਾ ਓਪਰੈਸ ਕਰ ਰਹੇ ਸੀ ਬਾਕੀ ਰਿਲੀਜਨਸ ਨੂੰ ਵੀ, ਉਸ ਚੀਜ਼ ਦਾ ਇੱਕ ਬਹੁਤ ਵੱਡਾ ਇਫੈਕਟ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ। ਬੰਦਾ ਸਿੰਘ ਬਹਾਦਰ ਹੈ ਨਾ, ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਹੈ ਬਹੁਤ ਹੀ ਜ਼ਬਰਦਸਤ ਪਰਸਨੈਲਿਟੀ ਰਹੇ ਹੈ, ਐਂਡ ਇਹਨਾਂ ਨੇ ਕਾਫੀ ਉੱਥੇ ਬੈਟਲਸ ਲੜੀਆਂ, ਜਿਵੇਂ ਸਿੱਖ ਵਾਰੀਅਰ ਐਂਡ ਖਾਲਸਾ ਆਰਮੀ ਦੇ ਕਮਾਂਡਰ ਇਨ 18th ਸੈਂਚੁਰੀ ਸੀਗੇ, ਐਂਡ ਇਹਨਾਂ ਨੇ ਸਿੱਖ ਆਰਮੀਜ਼ ਨੂੰ ਲੀਡ ਕੀਤਾ ਹੈ ਅਗੇਂਸਟ ਦ ਮੁਗਲਸ ਐਂਡ ਮੁਗਲਸ ਦੇ ਗਵਰਨਰਸ ਨਾਲ, ਐਂਡ ਕਾਫੀ ਵਾਰ ਇਹਨਾਂ ਨੇ ਜਿੱਤ ਵੀ ਹਾਸਲ ਕੀਤੀ ਹੈ। ਇਹਨਾਂ ਦਾ ਜਨਮ ਮਤਲਬ 27 ਅਕਤੂਬਰ 1670 ਦੇ ਵਿੱਚ ਹਿੰਦੂ ਫੈਮਿਲੀ ਦੇ ਵਿੱਚ ਹੁੰਦਾ ਹੈ, ਐਂਡ ਇਹਨਾਂ ਦਾ ਓਰੀਜਨਲ ਨਾਮ ਜਿਹੜਾ ਸੀਗਾ ਜਿਵੇਂ ਮੈਂ ਦੱਸਿਆ ਉਹ ਮਾਧੋ ਦਾਸ ਸੀ, ਲੇਕਿਨ ਥੋੜੀ ਦੇਰ ਬਾਅਦ 15-16 ਸਾਲ ਦੀ ਉਮਰ ਦੇ ਵਿੱਚ ਇਹ ਐਸੈਟਿਕ ਬਣ ਗਏ, ਮਤਲਬ ਆਪਦਾ ਘਰ-ਬਾਰ ਛੱਡਤਾ ਇਹਨਾਂ ਨੇ, ਐਂਡ ਇਵੈਂਚੁਅਲੀ ਹੋਰ ਪਿੰਡਾਂ ਦੇ ਵਿੱਚ ਇਹਨਾਂ ਨੇ ਜੋ ਹੈ ਜਾਣਾ ਸ਼ੁਰੂ ਕਰਤਾ। ਸੋ ਇਹ ਬਹੁਤ ਹੀ ਇੰਪੋਰਟੈਂਟ ਹੁੰਦਾ ਹੈ ਕਿਸੇ ਵੀ ਪਰਸਨ ਲਈ ਕਿ ਉਹ ਆਪਣੀ ਇਨਰ ਸੈਲਫ ਰਿਅਲਾਈਜੇਸ਼ਨ ਕਰੇ, ਐਂਡ ਇਵੈਂਚੁਅਲੀ ਫਿਰ ਉਹ ਲੋਕਾਂ ਦੇ ਭਲੇ ਲਈ ਕੰਮ ਕਰੇ। ਤਾਂ ਉਹ ਇੱਕ ਜਿਹੜੀ ਸਟੇਜ ਆਫ ਲਾਈਫ ਹੁੰਦੀ ਹੈ, ਉਹ ਸਟੇਜ ਆਫ ਲਾਈਫ ਦੇ ਵਿੱਚੋਂ ਜਿਹੜੇ ਬੰਦਾ ਸਿੰਘ ਬਹਾਦਰ ਜੀ ਸੀਗੇ ਉਹ ਬਹੁਤ ਹੀ ਹੂਬਹੂ ਜਿਹੜੇ ਹੈ ਜਾ ਰਹੇ ਸੀਗੇ। ਇਹਨਾਂ ਨੂੰ ਬੰਦਾ ਬੈਰਾਗੀ ਓਰੀਜਨਲੀ ਦੇਖੋ ਵੈਸ਼ਨਵਿਟ ਸੰਪਰਦਾਇ ਨੂੰ ਇਹ ਬਿਲੋਂਗ ਕਰਦੇ ਸੀ, ਵਿਸ਼ਨੂੰ ਜੀ ਦੇ ਭਗਤ ਸੀਗੇ, ਐਂਡ ਓਰੀਜਨਲੀ ਉਹ ਸੀਗਾ, ਲੇਕਿਨ ਇਵੈਂਚੁਅਲੀ ਜਦੋਂ ਇਹ ਸੈਟਲ ਹੁੰਦੇ ਨਾਂਦੇੜ ਸਾਹਿਬ ਦੇ ਵਿੱਚ, ਤੋਂ ਜਿਹੜੀ ਉਹ ਵੈਸ਼ਨਵ ਜਿਹੜਾ ਪ੍ਰਥਮ ਹੁੰਦਾ ਉਸ ਚੀਜ਼ ਨੂੰ ਫੈਲਾ ਰਹੇ ਹੁੰਦੇ, ਇਹਨਾਂ ਦਾ ਇੱਕ ਡੇਰਾ ਉੱਥੇ ਬਣ ਗਿਆ ਹੁੰਦਾ, ਉੱਥੇ ਇੱਕ ਆਸ਼ਰਮ ਇਹਨਾਂ ਨੇ ਕ੍ਰੀਏਟ ਕਰ ਲਿਆ ਹੁੰਦਾ, ਇਹਨਾਂ ਕੋਲ ਬਹੁਤ ਫੋਲੋਅਰਸ ਜਿਹੜੇ ਹੈ ਉਹ ਹੁੰਦੇ ਹੈ। ਬਟ ਅਲਟੀਮੇਟਲੀ ਕੀ ਹੋਇਆ ਕਿ ਜਦੋਂ ਆਪਣੇ 10th ਸਿੱਖ ਗੁਰੂ ਗੋਬਿੰਦ ਸਿੰਘ ਜੀ ਉੱਥੇ ਵਿਜ਼ਿਟ ਕਰਦੇ ਹੈ, ਐਂਡ ਜਦੋਂ ਬੰਦਾ ਸਿੰਘ ਬਹਾਦਰ ਨਾਲ ਇਹ ਡਿਸਕਸ਼ਨਸ ਕਰਦੇ ਹੈ, ਮਾਧੋ ਦਾਸ ਨਾਲ ਡਿਸਕਸ਼ਨਸ ਕਰਦੇ ਹੈ, ਤਾਂ ਇਵੈਂਚੁਅਲੀ ਮਾਧੋ ਦਾਸ ਜਿਹੜੇ ਆ ਉਹ ਇੰਨੇ ਕਿ ਇੰਸਪਾਇਰ ਹੁੰਦੇ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਤੋਂ ਐਂਡ ਗੁਰੂ ਗੋਬਿੰਦ ਸਿੰਘ ਜੀ ਦੀਆਂ ਟੀਚਿੰਗਸ ਤੋਂ ਕਿ ਇਵੈਂਚੁਅਲੀ ਇਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਜਿਹੜਾ ਹੈਗਾ ਉਹ ਕਹਾਣਾ ਸ਼ੁਰੂ ਕਰ ਦਿੰਦੇ ਆ। ਐਂਡ ਇਨਫੈਕਟ ਗੁਰੂ ਸਾਹਿਬ ਨੇ ਖੁਦ ਇਹਨਾਂ ਨੂੰ ਬੈਪਟਾਈਜ਼ ਵੀ ਕੀਤਾ, ਐਂਡ ਇਵੈਂਚੁਅਲੀ ਇਹਨਾਂ ਨੂੰ ਸਿੱਖ ਆਰਮੀ ਦੀ ਕਮਾਂਡ ਵੀ ਜਿਹੜੀ ਹੈ ਦਿੱਤੀ ਕਿ ਤੁਸੀਂ ਵਾਪਸ ਜਾਓ, ਐਂਡ ਆਪਣੀ ਜਿਹੜੀ ਆਈਡੈਂਟੀਟੀ ਹੈ, ਜਿਹੜੀ ਲੂਜ਼ ਹੁੰਦੀ ਜਾ ਰਹੀ ਆਈਡੈਂਟੀਟੀ, ਉਸ ਆਈਡੈਂਟੀਟੀ ਨੂੰ ਆਪਾਂ ਦੁਬਾਰਾ ਤੋਂ ਕਲੇਮ ਕਰੀਏ। ਸੋ ਦਿਸ ਇਜ਼ ਵੈਰੀ ਇੰਟਰਸਟਿੰਗ ਐਂਡ ਇੰਪॉर्टेंट ਪਾर्ट ऑफ हिस्ट्री। देखो औरंगजेब एक बहुत ही डिसगस्टिंग, बहुत ही खतरनाक, बहुत ही बैड ਜਿਹਨੂੰ ਕਹਿ ਲੋ ਕਿ ਡਿਕਟੇਟਰ ਹੁੰਦਾ ਸੀਗਾ ਉਸ ਟਾਈਮ ਤੇ, ਐਂਡ ਉਹਦੀ ਆਈਡੀਓਲੋਜੀ ਸਿੰਪਲ ਆਈਡੀਓਲੋਜੀ ਸੀਗੀ ਕਿ ਬਈ ਆਪਾਂ ਕੋਈ ਵੀ ਹੋਰ ਧਰਮ ਨੂੰ ਅਲਾਉ ਨਹੀਂ ਕਰਨਾ, ਐਂਡ ਸਿਰਫ ਸੁੰਨੀ ਜਿਹੜੇ ਫੰਡਾਮੈਂਟਲ ਸੁੰਨੀ ਧਰਮ ਹੈਗਾ ਹੈ ਨਾ, ਜਿਹੜਾ ਮੁਸਲਮਾਨ ਧਰਮ ਹੈਗਾ, ਫੰਡਾਮੈਂਟਲ ਮੁਸਲਮਾਨ ਧਰਮ ਹੈਗਾ, ਉਹਨੂੰ ਹੀ ਆਪਾਂ ਪ੍ਰਮੋਟ ਕਰਨਾ ਹੈ, ਸ਼ਰੀਆ ਦੀ ਆਪਾਂ ਨੇ ਇੰਪਲੀਮੈਂਟੇਸ਼ਨ ਕਰਨੀ ਹੈ। ਤਾਂ ਇੱਕ ਟਾਈਪ ਦਾ ਆਈਡੈਂਟੀਟੀ ਜਿਹੜੀ ਸੀਗੀ ਉਹ ਬਾਕੀ ਧਰਮਾਂ ਦੀ ਲਿੱਤੀ ਜਾ ਰਹੀ ਸੀਗੀ, ਐਂਡ ਇੰਡੀਆ ਦੀ ਡਾਇਵਰਸਿਟੀ ਦੀ ਟੋਟਲੀ ਡਿਸਰਿਸਪੈਕਟ ਕੀਤੀ ਜਾ ਰਹੀ ਸੀਗੀ, ਐਂਡ ਇਸੇ ਹੀ ਪਰਪਸ ਨਾਲ ਔਰੰਗਜ਼ੇਬ ਦੇ ਖਿਲਾਫ ਕਾਫੀ ਜਗ੍ਹਾ ਤੋਂ ਜਿਹੜੀਆਂ ਹੈਗੀਆਂ ਅਲਟੀਮੇਟਲੀ ਰਿਵੋਲਟਸ ਹੁੰਦੀਆਂ, ਜਿਵੇਂ ਅਸਾਮ ਦੇ ਵਿੱਚ ਅਹੋਮ ਕਿੰਗਡਮ ਰਿਵੋਲਟ ਕਰਦਾ ਹੈ, ਸਾਊਥ ਦੇ ਵਿੱਚ ਚਲੇ ਜਾਓ ਤਾਂ ਸ਼ਿਵਾਜੀ ਰਿਵੋਲਟ ਕਰਦਾ ਹੈ, ਨਾਰਥ ਦੇ ਵਿੱਚ ਜਿਹੜੀ ਰਿਵੋਲਟ ਦਾ ਅਲਟੀਮੇਟਲੀ ਬੈਟਨ ਸੀਗਾ ਉਹ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਆਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਰਿਵੋਲਟ ਕਰਦੇ ਕਿ ਬਈ ਆਈਡੈਂਟੀਟੀ ਬਹੁਤ ਜ਼ਿਆਦਾ ਜ਼ਰੂਰੀ ਹੈ, ਆਪਣੀ ਆਈਡੈਂਟੀਟੀ ਦੀ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ, ਐਂਡ ਉਸੇ ਚੀਜ਼ ਦੇ ਕੰਟੈਕਸਟ ਦੇ ਵਿੱਚ ਇਹ ਬੜਾ ਇੰਪੋਰਟੈਂਟ ਹੋ ਜਾਂਦਾ ਹੈ। ਲੇਕਿਨ ਮੁਗਲਸ ਦਾ ਸਿੱਖਾਂ ਨਾਲ ਰਿਲੇਸ਼ਨ ਔਰੰਗਜ਼ੇਬ ਦੇ ਟਾਈਮ ਤੋਂ ਖਰਾਬ ਹੋਣਾ ਸ਼ੁਰੂ ਹੁੰਦਾ ਹੈ, ਐਂਡ ਇਵੈਂਚੁਅਲੀ ਔਰੰਗਜ਼ੇਬ ਤੋਂ ਬਾਅਦ ਵੀ ਇਹ ਕੰਟੀਨਿਊ ਹੁੰਦਾ ਹੈ। ਇਨਫੈਕਟ ਔਰੰਗਜ਼ੇਬ ਦੀ ਡੈਥ ਤੋਂ ਬਾਅਦ ਐਂਡ ਬੰਦਾ ਸਿੰਘ ਬਹਾਦਰ ਜਦੋਂ ਚਲੇ ਜਾਂਦੇ ਆ 1715 ਤੋਂ ਬਾਅਦ, ਇਹ ਜਿਹੜਾ 50-60 ਸਾਲ ਦਾ ਟਾਈਮ ਹੁੰਦਾ 1715 ਤੋਂ ਲੈ ਕੇ 1780s ਤੱਕ ਦਾ, ਇਹਨੂੰ ਡਾਰਕ ਏਜ ਆਫ ਸਿੱਖ ਰਿਲੀਜਨ ਕਿਹਾ ਜਾਂਦਾ ਹੈ, ਕਿਉਂਕਿ ਇਸ ਟਾਈਮ ਤੇ ਬਹੁਤ ਸਿੱਖਾਂ ਨਾਲ ਮਤਲਬ ਮਾਰਿਆ ਜਾਂਦਾ ਹੈ, ਜੈਨੋਸਾਈਡ ਹੁੰਦਾ ਸਿੱਖਾਂ ਦਾ, ਜਿਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਘੱਲੂਘਾਰੇ ਕੀਤੇ ਜਾਂਦੇ ਆ। ਪਹਿਲਾ ਘੱਲੂਘਾਰਾ 1746 ਦੇ ਵਿੱਚ ਹੁੰਦਾ ਹੈ, ਦੂਜਾ ਘੱਲੂਘਾਰਾ 1763 ਦੇ ਵਿੱਚ ਹੁੰਦਾ
ਹੁੰਦਾ ਹੈ। तो इदां दे बड़े घल्लूघारा किए जाते हैं आफ्टर बंदा सिंह बहादुर। तो ये बड़ा काला दौर कई बार क्लासीफाई करते हैं सिख रिलीजन दे विच। ਜਦੋਂ ਸਿੱਖ ਔਰੰਗਜ਼ੇਬ ਦੀ ਡੈਥ ਹੁੰਦੀ ਹੈ ਤਾਂ ਵਾਰ ਆਫ ਸਕਸੈਸ਼ਨ ਸ਼ੁਰੂ ਹੋ ਜਾਂਦੀ ਹੈ। ਇਸ ਵਾਰ ਆਫ ਸਕਸੈਸ਼ਨ ਦੇ ਵਿੱਚ ਔਰੰਗਜ਼ੇਬ ਦੇ ਜਿਹੜੇ ਸਭ ਤੋਂ ਐਲਡੈਸਟ ਸਨ ਹੁੰਦੇ ਆ ਬਹਾਦਰ ਸ਼ਾਹ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਹੈਲਪ ਸੀਕ ਕਰਦੇ ਆ ਐਂਡ ਉਹਨਾਂ ਨੂੰ ਡੈਕਨ ਦੇ ਵਿੱਚ ਇਨਵਾਈਟ ਵੀ ਕਰਦੇ ਆ, ਬਟ ਟਾਕਸ ਡਿਲੇਡ ਕਰ ਦਿੰਦੇ ਆ। 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਈਨਲੀ ਜੋ ਹੈ ਜੋਤੀ ਜੋਤ ਸਮਾ ਜਾਂਦੇ ਆ, ਬਿਕੋਜ਼ ਅਲਟੀਮੇਟਲੀ ਜਿਹੜਾ ਵਜ਼ੀਰ ਖਾਨ ਹੁੰਦਾ ਹੈ ਉਹ ਤੋਂ ਜਰਿਆ ਨਹੀਂ ਜਾਂਦਾ ਕਿ ਜਦੋਂ ਤੱਕ, ਕਿਉਂਕਿ ਉਹਨੇ ਗੁਰੂ ਸਾਹਿਬ ਦੇ 2-4 ਸਾਹਿਬਜ਼ਾਦਿਆਂ ਦੇ ਨਾਲ ਬਹੁਤ ਹੀ ਗਲਤ ਕੰਮ ਕੀਤਾ ਹੁੰਦਾ ਹੈ। ਤਾਂ ਅਲਟੀਮੇਟਲੀ ਉਹਨੂੰ ਪਤਾ ਹੁੰਦਾ ਕਿ ਗੁਰੂ ਸਾਹਿਬ ਜਿਹੜੇ ਹੈ ਉਹ ਜਦੋਂ ਤੱਕ ਉਹ ਮਤਲਬ ਅਲਾਈਵ ਹੈਗੇ ਉਦੋਂ ਤੱਕ ਉਹ ਬਹੁਤ ਵੱਡਾ ਥ੍ਰੈਟ ਹੈਗੇ ਹੈ। ਇਸ ਕਰਕੇ ਉਹ ਬੜਾ ਸਮਾਰਟਲੀ ਜਿਹੜਾ ਹੈ ਕੀ ਕਰਦਾ, 2 ਪਠਾਨਾਂ ਨੂੰ ਭੇਜਦਾ ਹੈਗਾ ਇਦਾਂ ਬਣਾ ਕੇ ਕਿ ਜਿਵੇਂ ਉਹ ਗੁਰੂ ਸਿੱਖ ਹੋਣ ਐਂਡ ਇਵੈਂਚੁਅਲੀ ਉਹ 2 ਪਠਾਨ ਜਿਹੜੇ ਹੈਗੇ ਆ 10th ਗੁਰੂ ਜਿਹੜੇ ਗੁਰੂ ਮਹਾਰਾਜ ਗੋਬਿੰਦ ਸਿੰਘ ਜੀ ਉਹਨਾਂ ਦੀ ਹੈ ਨਾ ਜਿਹੜੀ ਹੈ ਜਾਨ ਲੈ ਲੈਂਦੇ ਆ। ਸੋ ਇਹ ਬਹੁਤ ਹੀ ਵੱਡਾ ਹੁੰਦਾ ਕਿ ਅਸੈਸੀਨੇਸ਼ਨ ਅਟੈਂਪਟ ਉਹਨਾਂ ਤੇ ਕੀਤਾ ਜਾਂਦਾ ਹੈ ਐਂਡ ਉਹ ਬੜਾ ਫੇਟਲ ਹੁੰਦਾ ਅਸੈਸੀਨੇਸ਼ਨ ਅਟੈਂਪਟ। ਲੇਕਿਨ ਬੰਦਾ ਸਿੰਘ ਬਹਾਦਰ ਤੁਹਾਨੂੰ ਪਤਾ ਹੈ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਿੱਖ ਆਰਮੀ ਦੀ ਕਮਾਂਡ ਦੇ ਦਿੱਤੀ ਜਾਂਦੀ ਹੈ ਤਾਂ ਫਾਈਨਲੀ ਉਹ ਪੂਰੀ ਹੈ ਨਾ ਮਤਲਬ ਇਦਾਂ ਕਰਕੇ ਰਿਵੈਂਜ ਲੈਂਦੇ ਆ ਐਂਡ ਇਹ ਰਿਵੈਂਜ ਜਿਹੜੀ ਹੈ ਉਹ ਵਜ਼ੀਰ ਖਾਨ ਨਾਲ, ਜਿਨ੍ਹਾਂ ਨੇ 2 ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਸੀ, ਉਹਦੇ ਨਾਲ ਜਿਹੜੀ ਰਿਵੈਂਜ ਲਿੱਤੀ ਜਾਂਦੀ ਹੈ ਉਹ ਬੈਟਲ ਆਫ ਛੱਪੜ ਛਿੜੀ ਦੇ ਵਿੱਚ ਲਿੱਤੀ ਜਾਂਦੀ ਹੈ, ਜਿਹਦੇ ਵਿੱਚ ਸਿੱਖ ਜਿਹੜੇ ਆ ਵਜ਼ੀਰ ਖਾਨ ਨੂੰ ਜਿਹੜਾ ਹੈ ਮਾਰ ਦਿੰਦੇ ਆ ਐਂਡ ਉਹ ਗਵਰਨਰ ਆਫ ਸਰਹੰਦ ਹੁੰਦਾ ਹੈ ਉਸ ਟਾਈਮ ਤੇ ਐਂਡ ਦੀਵਾਨ ਸੁਚਾਦਨ ਉਹਨੂੰ ਵੀ ਮਤਲਬ ਮਾਰ ਦਿੰਦੇ ਆ। ਤਾਂ ਇਹ ਬੜਾ ਇੰਪੋਰਟੈਂਟ ਹੋ ਜਾਂਦਾ ਹੈ। ਸਿੱਖ ਸਰਹੰਦ ਨੂੰ ਕੈਪਚਰ ਕਰ ਲੈਂਦੇ ਆ ਐਂਡ ਸਰਹੰਦ ਉਸ ਟਾਈਮ ਦੇ ਪੰਜਾਬ ਦੀ ਨਹੀਂ ਕਿ ਇੰਡੀਆ ਦੀ ਵਨ ਆਫ ਦ ਲਾਰਜੈਸਟ ਸਿਟੀਜ਼ ਹੈਗੀ ਹੈ ਐਂਡ ਇਵੈਂਚੁਅਲੀ ਉੱਥੇ ਫਤਿਹ ਬੁਰਜ ਜਿਹੜਾ ਕ੍ਰੀਏਟ ਕੀਤਾ ਜਾਂਦਾ ਹੈ। ਅੱਜ ਵੀ ਉੱਥੇ ਫਤਿਹ ਬੁਰਜ ਹੈਗਾ, ਮੋਹਾਲੀ ਦੇ ਬਿਲਕੁਲ ਕੋਲ ਹੈ ਇਹ ਲੋਕੇਸ਼ਨ ਐਂਡ ਫਤਿਹ ਬੁਰਜ ਦਾ ਬੇਸਿਕ ਜਿਹੜਾ ਸਿੰਬਲ ਆਫ ਫਤਿਹ ਬੁਰਜ ਹੈ ਉਹ ਇਸੇ ਚੀਜ਼ ਨੂੰ ਸ਼ੋ ਕਰਦਾ ਹੈ ਕਿ ਕਿਵੇਂ ਸਿੱਖਾਂ ਨੇ ਮੁਗਲ ਸਲਤਨਤ ਜਾਂ ਮੁਗਲ ਆਰਮੀਜ਼ ਦੇ ਅਗੇਂਸਟ ਇਹ ਜਿੱਤ ਜਿਹੜੀ ਹੈ ਹਾਸਲ ਕੀਤੀ ਸੀਗੀ ਐਂਡ ਇਹ ਬੈਟਲ ਆਫ ਛੱਪੜ ਛਿੜੀ ਬਹੁਤ ਹੀ ਇੰਪੋਰਟੈਂਟ ਐਂਡ ਬੰਦਾ ਬਹਾਦਰ ਇਹਨਾਂ ਇਦਾਂ ਦੀਆਂ ਹੋਰ ਵੀ ਬੈਟਲਸ ਜਿਵੇਂ ਬੈਟਲ ਆਫ ਸਮਰਾਨਾ ਜਾਂ ਬੈਟਲ ਆਫ ਜਿਵੇਂ ਸਰਹੰਦ, ਇਦਾਂ ਦੀਆਂ 4-5 ਬੈਟਲ ਜਿੱਤਣ ਤੋਂ ਬਾਅਦ ਆਪਣੀ ਟੈਰੀਟਰੀ ਐਕਸਪੈਂਸ਼ਨ ਦੇ ਵਿੱਚ ਲੱਗ ਜਾਂਦੇ ਆ ਐਂਡ ਇਵੈਂਚੁਅਲੀ ਸਤਲੁਜ ਤੋਂ ਲੈ ਕੇ ਯਮੁਨਾ ਰਿਵਰ ਤੱਕ ਹੈ ਨਾ, ਸਤਲੁਜ ਤੋਂ ਲੈ ਕੇ ਯਮੁਨਾ ਰਿਵਰ ਤੱਕ ਜਿੰਨੀਆਂ ਵੀ ਟੈਰੀਟਰੀਜ਼ ਹੁੰਦੀਆਂ ਉਹ ਸਾਰੀਆਂ ਬੰਦਾ ਸਿੰਘ ਬਹਾਦਰ ਦੇ ਕੰਟਰੋਲ ਦੇ ਵਿੱਚ ਆ ਜਾਂਦੀਆਂ and in fact he becomes the lord of the north and he takes charge in the north and eventually 1709 ਦੇ ਵਿੱਚ ਇਹ ਮੁਗਲਸ ਨੂੰ ਡਿਫੀਟ ਕਰਦੇ ਆ ਬੈਟਲ ਆਫ ਸਮਾਨਾ ਦੇ ਵਿੱਚ ਹੈ ਨਾ ਐਂਡ ਬਹੁਤ ਇੰਪੋਰਟੈਂਟ ਹੈ ਐਂਡ ਮੁਗਲ ਸਿਟੀ ਹੁੰਦੀ ਹੈ ਸਮਾਨਾ ਦੀ, ਉਹਨੂੰ ਕੈਪਚਰ ਕਰ ਲੈਂਦੇ ਆ। ਫਿਰ ਇਹ ਸਾਰੀਆਂ ਜੰਗਾਂ ਤੋਂ ਬਾਅਦ, ਸਮਾਨਾ ਦੀ ਜੰਗ ਤੋਂ ਬਾਅਦ, ਸਰਹੰਦ ਦੀ ਜੰਗ ਤੋਂ ਬਾਅਦ, ਇਹ ਸਾਰੀਆਂ ਜੰਗਾਂ ਤੋਂ ਬਾਅਦ ਇੱਕ ਥੋੜਾ ਜਿਹਾ ਐਸੇ ਟੈਨਸ਼ਨ ਹੋ ਜਾਂਦੀ ਹੈ ਦਿੱਲੀ ਨੂੰ ਕਿ ਬਈ ਹੈ ਨਾ ਦਿੱਲੀ ਦੇ ਉੱਪਰ ਵੀ ਅਟੈਕ ਹੋ ਸਕਦਾ ਹੈ ਐਂਡ ਇਵੈਂਚੁਅਲੀ ਜਿਵੇਂ ਦਿੱਲੀ ਤੋਂ ਜਸਟ ਪਹਿਲਾਂ ਇੱਕ ਸੋਨੇਪਤ ਦੀ ਜੰਗ ਹੁੰਦੀ ਹੈ, ਉਹਨੂੰ ਸੋਨੇਪਤ ਦੀ ਜੰਗ ਦੇ ਵਿੱਚ ਵੀ ਬੰਦਾ ਸਿੰਘ ਬਹਾਦਰ ਜੀ ਦੀ ਜਿੱਤ ਹਾਸਲ ਹੁੰਦੀ ਹੈ 1709 ਦੇ ਵਿੱਚ ਐਂਡ ਗਰੋਇੰਗ ਡੋਮੀਨੈਂਸ ਆਫ ਬੰਦਾ ਸਿੰਘ ਬਹਾਦਰ ਜਿਹੜਾ ਹੈ ਉਹ ਬਹੁਤ ਵੱਡਾ ਪ੍ਰੋਬਲਮ ਕ੍ਰੀਏਟ ਕਰਦਾ ਹੈ ਟੂ ਦੀ ਐਗਜ਼ਿਸਟਿੰਗ ਪੋਲੀਟੀਕਲ ਜਿਹੜੇ ਪਾਵਰ ਸੈਂਟਰਸ ਆ ਉਸ ਟਾਈਮ ਤੇ, ਜਿਵੇਂ ਹਿਲ ਰਾਜਾਸ ਹੋ ਗਏ ਐਂਡ ਡੈਫੀਨੇਟਲੀ ਜਿਵੇਂ ਆਪਣੇ ਕੋਲੇ ਨੀਚੇ ਸਾਊਥ ਦੇ ਵਿੱਚ ਹੈ ਨਾ ਮੁਗਲਸ ਹੋ ਗਏ। ਲੇਕਿਨ ਹਿਲ ਰਾਜਾਸ ਇੰਨੇ ਜ਼ਿਆਦਾ ਡਰ ਜਾਂਦੇ ਆ ਬੰਦਾ ਸਿੰਘ ਬਹਾਦਰ ਤੋਂ, ਇਵੈਂਚੁਅਲੀ ਬੰਦਾ ਸਿੰਘ ਬਹਾਦਰ ਦੀ ਸੋਵਰੇਨਿਟੀ ਨੂੰ ਰਿਕੋਗਨਾਈਜ਼ ਕਰ ਲੈਂਦੇ ਐਂਡ ਇਨਫੈਕਟ ਰੈਵਨਿਊ ਵੀ ਦੇਣਾ ਸ਼ੁਰੂ ਕਰ ਦਿੰਦੇ ਆ। ਸੋ ਦੈਟਸ ਵੈਰੀ ਇੰਟਰਸਟਿੰਗ ਕਿ ਜੋ ਹਿਲ ਰਾਜਾਸ ਜਿਨ੍ਹਾਂ ਨੇ ਕਨਸਪੀਰੇਸੀ ਕੀਤੀ ਸੀ ਅਗੇਂਸਟ ਗੁਰੂ ਗੋਬਿੰਦ ਸਿੰਘ ਜੀ, ਉਹੀ ਹਿਲ ਰਾਜਾਸ ਅੱਜ ਬੰਦਾ ਸਿੰਘ ਬਹਾਦਰ ਦੇ ਹੁਣ ਜਿਹੜੇ ਹੈ ਕੀ ਬਣ ਗਏ, ਸਲੇਵਸ ਬਣ ਗਏ ਹੈ ਨਾ। ਤਾਂ ਬਹੁਤ ਇੰਟਰਸਟਿੰਗ ਹੈ ਐਂਡ ਦੇਖੋ ਕੋਈ ਵੀ ਜਿਹੜਾ ਮਤਲਬ ਸਟੇਟ ਹੁੰਦਾ ਹੈ ਉਹ ਸਟੇਟ ਦੀ ਸਭ ਤੋਂ ਇੰਪੋਰਟੈਂਟ ਜਿਹੜਾ ਇੰਡੀਕੇਸ਼ਨ ਇਹ ਹੁੰਦਾ ਕਿ ਉਹ ਸਟੇਟ ਦਾ ਆਪਣਾ ਫਲੈਗ ਹੋਣਾ ਚਾਹੀਦਾ ਹੈ, ਨਾਲ ਉਹਦੀ ਕਰੰਸੀ ਹੋਣੀ ਚਾਹੀਦੀ ਹੈ। ਤਾਂ ਇਵੈਂਚੁਅਲੀ ਬੰਦਾ ਸਿੰਘ ਬਹਾਦਰ ਜਿਹੜੇ ਹੈ ਉਹ ਕਰੰਸੀ ਵੀ ਮਿੰਟ ਕਰਨ ਲੱਗ ਜਾਂਦੇ, ਕੋਇਨਸ ਮਿੰਟ ਕਰਨ ਲੱਗ ਜਾਂਦੇ ਹੈ। ਸੋ ਨਾਨਕ ਸ਼ਾਹੀ ਕੋਇਨਸ ਕਹਿੰਦੇ ਬਹੁਤ ਹੀ ਫੇਮਸ ਹੁੰਦੇ ਨਾਨਕ ਸ਼ਾਹੀ ਕੋਇਨਸ ਐਂਡ ਖਾਲਸਾ ਕਿੰਗਡਮ ਆਪਦੇ ਇੱਕ ਝੰਡੇ ਦੇ ਤਹਿਤ ਜਿਹੜਾ ਹੈ ਕ੍ਰੀਏਟ ਕੀਤਾ ਜਾਂਦਾ। ਸੋ ਇਹ ਮਾਰਵਲਸ ਟਾਈਮਸ ਹੈਗੇ ਆ ਦੇਸ਼ ਦੇ ਇਤਿਹਾਸ ਲਈ ਐਂਡ ਡੈਫੀਨੇਟਲੀ ਸਿੱਖ ਹਿਸਟਰੀ ਲਈ। ਐਂਡ ਜ਼ਮੀਂਦਾਰੀ ਸਿਸਟਮ ਦੇਖੋ, ਜ਼ਮੀਂਦਾਰੀ ਸਿਸਟਮ ਬੇਸਿਕਲੀ ਇੱਕ ਸਿਸਟਮ ਹੁੰਦਾ ਜਿਹਦੇ ਵਿੱਚ ਜ਼ਮੀਂਦਾਰ ਜਿਨ੍ਹਾਂ ਕੋਲੇ ਬਹੁਤ ਜ਼ਮੀਨਾਂ ਹੈਗੀਆਂ, ਵੱਡੀਆਂ ਲੈਂਡ ਟਰੈਕਟਸ ਹੁੰਦੇ ਆ, ਉਹ ਕੀ ਕਰਦੇ ਆ, ਉਹ ਹੈ ਨਾ ਟੈਨੈਂਟਸ ਲੈਂਡ ਜਿਹੜੇ ਆਪਣੇ ਛੋਟੇ ਫਾਰਮਰਸ ਹੁੰਦੇ ਆ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੁੰਦੀ ਉਹਨਾਂ ਨੂੰ ਹਾਇਰ ਕਰਦੇ ਆ, ਇਵੈਂਚੁਅਲੀ ਉਹਨਾਂ ਨੂੰ ਕੰਮ ਕਰਾਉਂਦੇ ਆ, ਮਾੜਾ ਮੋਟਾ ਪੈਸਾ ਦੇ ਦਿੰਦੇ ਆ। ਇਹਦੇ ਨਾਲ ਨਾ ਇਨਇਕੁਐਲਿਟੀ ਬਹੁਤ ਜ਼ਿਆਦਾ ਆ ਜਾਂਦੀ ਆ, ਅਮੀਰ ਤੇ ਗਰੀਬ 'ਚ ਡਿਫਰੈਂਸ ਬਹੁਤ ਆ ਜਾਂਦਾ। ਤਾਂ ਜਿਵੇਂ ਯੂਰਪ ਦੇ ਵਿੱਚ ਫਿਊਡਲਿਜ਼ਮ ਹੁੰਦਾ ਸੀ ਉਸੇ ਤਰੀਕੇ ਨਾਲ ਹੀ ਇੰਡੀਆ ਦੇ ਵਿੱਚ ਜ਼ਮੀਂਦਾਰੀ ਸਿਸਟਮ ਜਿਹੜਾ ਹੈ ਬਹੁਤ ਜ਼ਿਆਦਾ ਹੁੰਦਾ ਹੈ। तो ਇਹ ਜ਼ਮੀਂਦਾਰੀ ਸਿਸਟਮ ਨੂੰ ਅਬੋਲਿਸ਼ ਕਰਨ ਵਾਸਤੇ ਨਾ ਅੰਗਰੇਜ਼ਾਂ ਦੇ ਖਿਲਾਫ ਵੀ ਬਹੁਤ ਪ੍ਰੋਟੈਸਟ ਮੂਵਮੈਂਟਸ ਹੋਈਆਂ ਇੰਡੀਆ ਦੇ ਵਿੱਚ, ਬੜੇ ਕਿਸਾਨ ਅੰਦੋਲਨ ਹੋਏ ਹੈ। ਇਨਫੈਕਟ ਇੰਡੀਆ ਦੇ ਵਿੱਚ ਆਜ਼ਾਦੀ ਤੋਂ ਬਾਅਦ ਵੀ ਜ਼ਮੀਂਦਾਰੀ ਅਬੋਲਿਸ਼ ਕਰਨ ਦਾ ਜਿਹੜਾ ਸਿਸਟਮ ਹੈ ਉਹ ਹੈ ਨਾ ਰੱਖਿਆ ਗਿਆ ਕਨਸਟੀਟਿਊਸ਼ਨ ਮੇਕਰਸ ਦੇ ਸਾਹਮਣੇ। ਲੇਕਿਨ ਫਸਟ ਟਾਈਮ ਜਿਹੜਾ ਜ਼ਮੀਂਦਾਰੀ ਅਬੋਲਿਸ਼ਨ ਦੀ ਜਿਹੜੀ ਗੱਲ ਹੁੰਦੀ ਹੈ ਫਸਟ ਟਾਈਮ ਇੰਡੀਆ ਦੇ ਵਿੱਚ, ਉਹ ਬੰਦਾ ਸਿੰਘ ਬਹਾਦਰ ਜ਼ਮੀਂਦਾਰੀ ਸਿਸਟਮ ਨੂੰ ਅਬੋਲਿਸ਼ ਕਰਾਉਂਦੇ ਆ ਐਂਡ ਇਵੈਂਚੁਅਲੀ ਕਹਿੰਦੇ ਕਿ ਜਿਹੜੇ ਫਾਰਮਰਸ ਹੈਗੇ ਆ, ਜਿਹੜੇ ਐਕਚੁਅਲੀ ਟਿਲਰਸ ਹੈਗੇ ਆ ਜ਼ਮੀਨ ਦੇ, ਉਹਨਾਂ ਨੂੰ ਹੀ
ਜ਼ਮੀਨ ਮਿਲੇ, ਨਾ ਕਿ ਕੋਈ ਐਬਸੈਂਟੀ ਲੈਂਡਲॉर्ड ਜਿਹੜਾ ਆਪਣੀ ਜ਼ਮੀਨ ਤੇ ਕਦੇ ਆ ਵੀ ਨਹੀਂ ਰਿਹਾ। ਸੋ ਇਹ ਬਹੁਤ ਹੀ ਇੰਟਰਸਟਿੰਗ ਕੰਮ ਜਿਹੜਾ ਹੈ ਕੀਤਾ ਜਾਂਦਾ ਹੈ। फिर बंदा सिंह बहादुर क्योंकि इन्ने ज़्यादा स्ट्रॉन्ग एक मतलब राजे ਦੀ ਤਰ੍ਹਾਂ ਉੱਭਰਦੇ ਹੈ ਕਿ ਉਹ ਥ੍ਰੈਟਨ ਕਰਨ ਲੱਗ ਜਾਂਦਾ ਦਿੱਲੀ ਨੂੰ। ਐਂਡ ਦਿੱਲੀ ਦੇ ਵਿੱਚ ਉਸ ਟਾਈਮ ਤੇ ਜਿਹੜਾ ਰਾਜਾ ਹੁੰਦਾ ਉਹ ਫਾਰੂਕ ਸਿਆਰ ਹੁੰਦਾ ਹੈ। ਐਂਡ ਫਾਰੂਕ ਸਿਆਰ ਮਤਲਬ ਆਰਡਰ ਕਰ ਦਿੰਦਾ ਗਵਰਨਰ ਆਫ ਪੰਜਾਬ ਨੂੰ ਕਿ ਬਈ ਇਹ ਸਿੱਖ ਰਿਬੈਲੀਅਨ ਨੂੰ ਰੋਕਣਾ ਹੀ ਪੈਣਾ ਹੈ ਨਾ, ਨਹੀਂ ਤਾਂ ਇਹ ਸਿੱਖ ਰਿਬੈਲੀਅਨ ਦਿੱਲੀ ਤੱਕ ਪਹੁੰਚੂਗਾ, ਸਤਲੁਜ ਪਾਰ ਪਹੁੰਚ ਜੂਗਾ। ਐਂਡ ਇਵੈਂਚੁਅਲੀ ਦਿੱਲੀ ਦੇ ਵਿੱਚ ਜਿਹੜੇ ਰਾਜੇ ਹੋਣਗੇ ਉਹਨਾਂ ਨੂੰ ਬੜਾ ਇਸ ਤੋਂ ਥ੍ਰੈਟਨ ਹੈਗਾ। ਐਂਡ ਇਵੈਂਚੁਅਲੀ ਗੁਰਦਾਸ ਨੰਗਲ ਦੀ ਬੈਟਲ ਹੁੰਦੀ ਹੈ, ਬਹੁਤ ਫੇਮਸ ਗੁਰਦਾਸਪੁਰ, ਮਾਡਰਨ ਡੇ ਗੁਰਦਾਸਪੁਰ ਦੇ ਵਿੱਚ, ਜਿੱਥੇ ਮੁਗਲਸ ਦੀ ਆਰਮੀ ਐਂਡ ਹੈ ਨਾ ਬੰਦਾ ਸਿੰਘ ਬਹਾਦਰ ਦੀ ਆਰਮੀ ਆਪਸ ਦੇ ਵਿੱਚ ਲੜਦੀ ਹੈ। ਐਂਡ ਉਸ 8 ਮਹੀਨਿਆਂ ਦੇ ਗੁਰਦਾਸ ਨੰਗਲ ਦੀ ਬੈਟਲ ਤੋਂ ਬਾਅਦ ਜਿਹੜਾ ਹੈ ਉਹ ਗੁਰਦਾਸ ਨੰਗਲ ਦਾ ਜਿਹੜਾ ਫੋਰਟ ਹੈਗਾ ਉਹ ਇਦਾਂ ਕਰਕੇ ਗਿਰ ਜਾਂਦਾ ਹੈ ਐਂਡ ਮੁਗਲਸ ਜਿੱਤ ਜਾਂਦੇ ਆ। ਐਂਡ ਬੰਦਾ ਸਿੰਘ ਬਹਾਦਰ ਜਿਹੜੇ ਆ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਐਂਡ ਫੜ ਕੇ ਉਹਨਾਂ ਦੇ ਬੇਟੇ ਨੂੰ, ਉਹਨਾਂ ਨੂੰ ਹੈ ਨਾ ਅਲਟੀਮੇਟਲੀ ਦਿੱਲੀ ਐਜ਼ ਅ ਪ੍ਰਿਜ਼ਨਰ ਲੈ ਕੇ ਆਇਆ ਜਾਂਦਾ ਹੈ, ਜਿੱਥੇ 6 ਮਹੀਨੇ ਤੁਸੀਂ ਦੇਖੋ 6 ਮਹੀਨੇ ਹਰ ਰੋਜ਼ 6 ਮਹੀਨੇ ਉਹਨਾਂ ਦੇ ਬੰਦਿਆਂ ਨੂੰ, ਬੰਦਾ ਸਿੰਘ ਬਹਾਦਰ ਦੇ ਜਿਹੜੇ ਸਪੋਰਟਰਸ ਉਹਨਾਂ ਦੇ ਬੰਦਿਆਂ ਨੂੰ ਬਾਹਰ ਲੈ ਕੇ ਆਇਆ ਜਾਂਦਾ ਸੀਗਾ ਐਂਡ ਐਗਜ਼ੀਕਿਊਟ ਕੀਤਾ ਜਾਂਦਾ ਸੀਗਾ। ਤਾਂ 9 ਜੂਨ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਵੀ ਇਵੈਂਚੁਅਲੀ ਡੈਥ ਮਤਲਬ ਮਿਲ ਜਾਂਦੀ ਹੈ, ਟੌਰਚਰ ਕੀਤਾ ਜਾਂਦਾ ਹੈ। ਐਂਡ ਇਨਫੈਕਟ ਇਹਨਾਂ ਦੇ ਬੇਟੇ ਅਜੈਬ ਸਿੰਘ ਨਾਲ ਤਾਂ ਹੋਰ ਵੀ ਜ਼ਿਆਦਾ ਗਲਤ ਕੰਮ ਹੁੰਦਾ ਹੈ। ਅਜੈਬ ਸਿੰਘ ਨੂੰ ਮਾਰ ਕੇ, ਛੋਟੇ ਜਿਹੇ ਅਜੈਬ ਸਿੰਘ ਹੁੰਦੇ ਆ, ਉਹਨਾਂ ਨੂੰ ਮਾਰ ਕੇ ਉਹਨਾਂ ਦਾ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਦੇ ਵਿੱਚ ਜੋ ਹੈ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਬਹੁਤ ਹੀ ਹਾਈ ਲੈਵਲ ਦਾ ਜਿਹੜਾ ਹੈ ਟੌਰਚਰ ਜੋ ਹੈ ਦੇਖਣ ਨੂੰ ਮਿਲਦਾ ਹੈ। तो ये कुछ स्टोरी सी बंदा सिंह बहादुर दी। तो आई होप तुहानू ये स्टोरी अच्छी लगी होएगी, ये सीरीज़ तुहानू अच्छी लग रही है। अगर तुहानू ये सीरीज़ अच्छी लग रही है तो मैं सबनू ये छोटी जी रिक्वेस्ट करूँगा कि तुसी प्लीज़ चैनल नू लाइक शेयर ते सबसक्राइब जरूर करियो, इस वीडियो नू वध तो वध प्रमोट करो ताकि वध तो वध स्टूडेंट्स दी हेल्प हो सके। सत श्री अकाल जी।